ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਆਖਿਰਕਾਰ ਕਿਸਾਨ ਮੰਨ ਗਏ ਨੇ ਕਿ ਉਹ ਕੇਂਦਰ ਦੇ ਨਾਲ ਗੱਲਬਾਤ ਕਰਨਗੇ, ਪਰ ਗੱਲਬਾਤ ਕਿਸ ਤਰ੍ਹਾਂ ਦੀ ਹੋਏਗੀ? ਕੀ ਮਾਹੌਲ ਸੁਖਾਵਾਂ ਬਣਾਉਣ ਦੇ ਲਈ ਕੋਈ ਕੇਂਦਰ ਨੇ ਆਪਣੇ ਵੱਲੋਂ ਕਦਮ ਚੁੱਕੇ? ਉੱਥੇ ਜਾ ਕੇ ਕੇਂਦਰੀ ਮੰਤਰੀਆਂ ਦੇ ਉੱਤੇ ਕਿਹੜੇ ਮੁੱਦੇ ਰੱਖੇ ਜਾਣਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਵੇਲੇ, ਤੇ ਕੀ ਉਹਨਾਂ ਉੱਤੇ ਸਹਿਮਤੀ ਬਣਦੀ ਹੈ ਜਾਂ ਨਹੀਂ ਬਣਦੀ? ਕਿਸਾਨ ਅੰਦੋਲਨ ਦਾ ਭਵਿੱਖ ਕੀ ਹੋਵੇਗਾ? ਇਹ ਸਭ ਦੇ ਉੱਤੇ ਅਸੀਂ ਵਿਸਥਾਰਤ ਗੱਲਬਾਤ ਕਰਾਂਗੇ। ਅੱਜ ਦਿੱਲੀ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ। ਉਸ ਤੋਂ ਪਹਿਲਾਂ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਮੌਜੂਦ ਨੇ। ਦਿੱਤੂਪੁਰ ਸਾਹਿਬ, ਜਿਸ ਤਰੀਕੇ ਨਾਲ ਕਿਸਾਨਾਂ ਨੇ ਬੜਾ ਮਤਲਬ ਕਿ ਲੰਮਾ ਵਿਚਾਰ ਵਟਾਂਦਰਾ ਕੀਤਾ ਕਿ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਦਿੱਲੀ, ਤੁਹਾਡਾ ਮੰਨਣਾ ਕੀ ਹੈ? ਅੱਜ ਦਿੱਲੀ ਤਾਂ ਜਾ ਰਹੇ ਨੇ, ਪਰ ਇੱਦਾਂ ਲੱਗਦਾ ਹੈ ਕਿ ਉੱਪਰਲੇ ਮਨੋਂ ਜਾ ਰਹੇ ਨੇ, ਅੰਦਰੋਂ ਕੋਈ ਜਿਹੜਾ ਦਿੱਲੀ ਜਾਣ ਦੀ ਚਾਹ ਨਹੀਂ ਸੀ। ਅਸਲ ਕਿਉਂਕਿ ਸਰਕਾਰ ਦਾ ਹਮੇਸ਼ਾ ਇਹ ਹੁੰਦਾ ਵੀ ਜਿਹੜਾ ਵੀ ਕੋਈ ਘੋਲ ਐਜੀਟੇਸ਼ਨ ਹੈ ਉਹਨੂੰ ਕਿਵੇਂ ਟਿਕਾਇਆ ਜਾਵੇ ਜਾਂ ਉਹਨੂੰ ਕਿਸੇ ਹੋਰ ਰਾਹ ਪਾਇਆ ਜਾਵੇ। ਕਿਉਂਕਿ ਆਹ ਜਿਹੜਾ ਕਿਸਾਨੀ ਦਾ ਮੌਜੂਦਾ ਘੋਲ ਹੈ, ਖਾਸ ਤੌਰ 'ਤੇ 3 ਜਿਹੜੇ ਆਰਡੀਨੈਂਸ ਆਏ ਨੇ, ਇਹ ਇਸ ਤਰ੍ਹਾਂ ਦਾ ਕਿਸਾਨਾਂ 'ਤੇ ਹਮਲਾ ਜਿਹੜਾ ਇਹਦਾ ਬਿਨਾਂ ਘੋਲ ਤੋਂ ਨਹੀਂ ਗੁਜ਼ਾਰਾ ਹੁੰਦਾ। ਸਰਕਾਰ ਨੇ ਇਸ ਗੱਲ ਲਈ ਮਜਬੂਰ ਕੀਤਾ ਹੈ ਕਿਸਾਨ ਇਸ ਲਈ ਘੋਲ ਲੜਨ, ਤਾਂ ਜਿਹਦੇ ਲਈ ਪਹਿਲਾਂ ਦੋ ਤਿੰਨ ਵਾਰੀ ਪਹਿਲਾਂ ਵੀ ਸਰਕਾਰ ਦੇ ਸੁਨੇਹੇ ਆਏ ਨੇ, ਉਹਦੇ ਬਾਰੇ ਸਰਕਾਰ ਸੀਰੀਅਸ ਨਹੀਂ ਸੀ। ਉਹ ਕੁਛ ਸੈਕਟਰੀ ਲੈਵਲ ਦੇ ਜਨੋਸ ਕਿਸਮ ਦੇ ਅਫਸਰਾਂ ਨਾਲ ਹੀ ਮੀਟਿੰਗਾਂ ਹੋਈਆਂ, ਤਾਂ ਜਿਹਦੇ ਲਈ ਕਿਸਾਨ ਜਥੇਬੰਦੀਆਂ ਨੇ ਉੱਥੇ ਜਾਣ ਦੇ ਬਾਵਜੂਦ ਵੀ ਪਿਛਲੀ ਮੀਟਿੰਗ ਜਿਵੇਂ ਗਏ ਨੇ ਉਹਨਾਂ ਨੇ ਠਕਰਾਤਾ। ਯਾਨੀ ਉਹਨਾਂ ਦੇ ਸੀ ਵੀ ਤੁਸੀਂ ਸਾਤੋਂ ਇਹ ਗੱਲਾਂ ਸਮਝੋ, ਇਹ ਕਾਨੂੰਨ ਬਹੁਤ ਫਾਇਦੇਮੰਦ ਨੇ। ਕਿਸਾਨਾਂ ਨੇ ਸਾਫ਼ ਕਰਤਾ ਸੀ ਵੀ ਅਸੀਂ ਇਹ ਕਾਨੂੰਨ ਸਮਝੇ ਵੀ ਹਾਂ, ਇਸ ਕਰਕੇ ਅਸੀਂ ਇਸ ਗੱਲ ਲਈ ਰਾਜ਼ੀ ਨਹੀਂ। ਅਸੀਂ ਸਿਰਫ ਇਸ ਗੱਲ 'ਤੇ ਹੀ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਵੀ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਇਹ ਹਰ ਤਰ੍ਹਾਂ ਨਾਲ ਕਿਸਾਨੀ ਦੀ ਬਰਬਾਦੀ ਹੈ। ਤਾਂ ਉਹ ਤੋਂ ਬਾਅਦ ਕਿਸਾਨਾਂ ਨੂੰ ਵੀ ਪਤਾ ਹੈ ਵੀ ਜਿੱਡੇ ਵੱਡੇ ਹਮਲਾ ਕਿਸਾਨਾਂ 'ਤੇ, ਖਾਸ ਤੌਰ 'ਤੇ ਸਰਕਾਰ ਆ ਜਿਹੜੀ ਸਾਡੀ ਨਿੱਜੀਕਰਨ ਵਾਲੇ ਪਾਸੇ ਸਾਰਾ ਜਿਹੜਾ ਖੇਤੀ ਸੈਕਟਰ ਨੂੰ ਦੇ ਰਹੀ ਹੈ, ਜਿਵੇਂ ਵੱਡੀਆਂ ਇੰਡਸਟਰੀਆਂ ਨੂੰ ਵੀ, ਪ੍ਰਾਈਵੇਟ ਕੰਪਨੀਆਂ ਨੂੰ, ਹਵਾਈ ਜਹਾਜ਼, ਬੰਦਰਗਾਹਾਂ, ਹੋਰ ਜਿੰਨੇ ਪਬਲਿਕ ਸੈਕਟਰ ਨੇ ਉਹਨਾਂ ਨੂੰ ਅਸਲ ਨਿੱਜੀਕਰਨ ਵਾਲਾ ਜਿਹੜਾ ਦੌਰ ਆ ਉੱਧਰ ਨੂੰ ਜਾ ਰਹੀ ਆ ਸਰਕਾਰ। ਇਹਨਾਂ ਹਰ ਕਿਸਮ ਦੀ ਜਿਹੜੀ ਸਾਡੇ ਬੁਨਿਆਦੀ ਆਰਥਿਕ ਸਰੋਤ ਨੇ ਉਹ ਸਾਰਿਆਂ ਨੂੰ ਨਿੱਜੀਕਰਨ ਕੰਪਨੀਆਂ ਨੂੰ, ਮਲਟੀਨੈਸ਼ਨਲ ਕੰਪਨੀਆਂ ਨੂੰ, ਕਾਰਪੋਰੇਟ ਸੈਕਟਰ ਨੂੰ ਦੇ ਰਹੀਆਂ ਨੇ। ਸਰਕਾਰ ਦਾ ਪੋਲੀਟੀਕਲ ਫੈਸਲਾ ਸਾਡੇ ਕਿਸਾਨਾਂ ਦੇ ਹਿੱਤਾਂ 'ਤੇ ਵੀ ਬਹੁਤ ਵੱਡਾ ਹਮਲਾ ਸੀਗਾ। ਇਸ ਕਰਕੇ ਬੁਨਿਆਦੀ ਲੜਾਈ ਹੈ ਸਰਕਾਰ ਵਰਸਸ ਆਪਣਾ ਕਿਸਾਨੀ ਦੀ ਹੋਂਦ ਔਰ ਪ੍ਰਾਈਵੇਟ ਕੰਪਨੀਆਂ ਨੂੰ ਇਹਦੇ ਥਾਂ 'ਤੇ ਕਿਸਾਨੀ ਲੁੱਟ ਨੂੰ ਸੱਦਾ ਦੇਣਾ। ਤਾਂ ਇਸ ਕਰਕੇ ਹੁਣ ਜਦੋਂ 11 ਤਰੀਕ ਨੂੰ ਜਦੋਂ ਸਰਕਾਰ ਵੱਲੋਂ ਇਹ ਸੱਦਾ ਪੱਤਰ ਆਇਆ ਬਕਾਇਦਾ, ਕਿਉਂਕਿ ਕਿਸਾਨ ਆਗੂਆਂ ਦਾ ਇਹ ਸੀਗਾ ਵੀ ਅਸੀਂ ਜਿੰਨਾ ਚਿਰ ਮਿਨਿਸਟਰੀ ਲੈਵਲ 'ਤੇ ਕੋਈ ਸੀਰੀਅਸ ਗੱਲਬਾਤ ਨਹੀਂ ਹੁੰਦੀ ਤਾਂ ਅਸੀਂ ਇਸ ਮੀਟਿੰਗ 'ਚ ਨਹੀਂ ਜਾਵਾਂਗੇ। ਤਾਂ 11 ਤਰੀਕ ਨੂੰ ਉਹਨਾਂ ਨੇ ਇੱਕ ਤਰ੍ਹਾਂ ਦਾ ਸੱਦਾ ਪੱਤਰ ਦਿੱਤਾ ਕਿਸਾਨ ਜਥੇਬੰਦੀਆਂ ਨੂੰ। 12 ਤਰੀਕ ਨੂੰ ਉਹਨਾਂ ਨੇ ਚੰਡੀਗੜ੍ਹ 'ਚ ਇਸ ਗੱਲ ਦਾ ਨਿਰਣਾ ਲਿਆ ਵੀ ਅਸੀਂ 13 ਤਰੀਕ ਦੀ ਜਿਹੜੀ ਮੀਟਿੰਗ ਹੈ, ਤਾਂ ਇਸ ਕਰਕੇ ਉਹ ਅੱਜ ਇਸ ਮੀਟਿੰਗ 'ਚ ਆਏ ਨੇ ਇੱਥੇ ਦਿੱਲੀ ਗੱਲਬਾਤ ਕਰਨ ਲਈ। ਦਿੱਤੂਪੁਰ ਸਾਹਿਬ, ਕੀ ਲੱਗਦਾ ਹੈ ਕਿ ਮੀਟਿੰਗ ਦਾ ਕੋਈ ਸਾਰਥਕ ਨਤੀਜਾ ਨਿਕਲ ਸਕਦਾ ਹੈ? ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਪਹਿਲਾਂ ਹੀ ਰੇਲ ਗੱਡੀਆਂ ਚਲਾਉਣ ਨੂੰ ਲੈ ਕੇ ਇੱਕ ਵੱਖਰਾ ਧੜਾ ਜਿਹੜਾ ਉਗਰਾਹਾਂ ਦਾ ਧੜਾ ਜਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਆਪਣਾ ਫਰਮਾਨ ਲਾਗੂ ਕਰਦੀ ਹੈ, ਇੱਦਾਂ ਲੱਗਦਾ ਨਹੀਂ ਕਿ ਪਹਿਲਾਂ ਹੀ ਕਿਸਾਨ ਜਿਹੜੇ ਨੇ ਉਹ ਦੁਚਿੱਤੀ ਵਿੱਚ ਨੇ, ਉੱਥੇ ਜਾ ਕੇ ਗੱਲ ਕਿੱਦਾਂ ਕਰ ਲੈਣਗੇ? ਅਸਲ 'ਚ ਹਾਲੇ ਜਿਹੜਾ ਭਾਰੂ ਪੱਖ ਹੈ ਇਹਦੇ 'ਚ ਜਿਹੜਾ ਕਿਸਾਨਾਂ ਦਾ ਸੈਂਟਰ ਦਾ ਜਿਹੜਾ ਵਤੀਰਾ ਜਾਂ ਕਿਸਾਨਾਂ 'ਤੇ ਜਿਹੜਾ ਵੱਡਾ ਹਮਲਾ, ਇਹਦੇ ਲਈ ਇਹ ਵਿਚਾਰ ਵੱਡੀ ਗਿਣਤੀ ਦੇਸ਼ ਦੇ ਪੂਰੇ ਕਿਸਾਨਾਂ 'ਚ ਭਾਰੂ ਹੈ। ਇਸ ਕਰਕੇ ਇੱਕ ਦੋ ਜਥੇਬੰਦੀਆਂ ਚੱਲ ਆਪਣੀਆਂ ਉਹਨਾਂ ਨੂੰ ਆਪਣੇ ਤੌਰ 'ਤੇ ਸੋਚਦੀਆਂ ਨੇ, ਪਰ ਉਹ ਵੀ ਇਸ ਘੋਲ ਤੋਂ ਬਾਹਰ ਨਹੀਂ। ਠੀਕ ਹੈ ਵੀ ਇਸ ਮੌਕੇ ਉਹਨਾਂ ਦਾ ਹੋ ਸਕਦਾ ਵੀ ਸਰਕਾਰ ਨੂੰ ਮਿਲਣ ਦਾ ਹਾਲੇ ਕੋਈ ਫਾਇਦਾ ਨਹੀਂ, ਪਰ ਆਪਾਂ ਕਹਿੰਦੇ ਵੀ ਜਿਸ ਘੋਲ 'ਚ, ਜਿਸ ਮਸਲੇ ਨਾਲ ਆਪਾਂ ਜੁੜਦੇ ਹਾਂ ਸਰਕਾਰ ਨਾਲ ਜਿੰਨਾ ਕੁ ਸੰਬੰਧ ਆ, ਪਹਿਲਾ ਤਰੀਕਾ ਹੁੰਦਾ ਗੱਲਬਾਤ ਦਾ। ਤਾਂ ਗੱਲਬਾਤ 'ਚ ਹੁਣ ਜੋ ਕੀ ਸਿੱਟੇ ਨਿਕਲਦੇ ਨੇ, ਜੇ ਤੱਕ ਮੇਰੀ ਸਮਝ ਹੈ ਜਾਂ ਜਥੇਬੰਦੀਆਂ ਵੀ ਸਮਝਦੀਆਂ ਨੇ, ਉੱਥੇ ਕੋਈ ਇੱਕੋ ਬੈਠਕ ਜਾਂ ਇੱਕੋ ਗੱਲਬਾਤ 'ਚ ਕੁਛ ਨਹੀਂ ਇਹਦਾ ਸਿੱਟਾ ਨਿਕਲਣਾ। ਇੱਕ ਤਰ੍ਹਾਂ ਦੀ ਜਾਣ ਪਛਾਣ ਵਾਲੀ ਆਪਾਂ ਕਹਿ ਸਕਦੇ ਹਾਂ ਮੀਟਿੰਗ ਹੋ ਸਕਦੀ ਹੈ। ਤਾਂ ਇਹ ਬਹੁਤ ਲੰਬਾ ਚੱਲੂ, ਅੰਤਮ ਇਹਦਾ ਜਿਹੜਾ ਨਿਬੇੜਾ ਘੋਲ ਨਾਲ ਹੀ ਹੋਣਾ ਹੈ।
ਇੱਕ ਦੂਜੇ ਨੂੰ ਮਤਲਬ ਕਿ ਸਮਝਣ ਸਮਝਾਉਣ ਵਾਲੀ ਗੱਲ ਹੋਏਗੀ ਉੱਥੇ ਕਿ ਮੰਤਰੀਆਂ ਦਾ ਅੰਦਰਲਾ ਪਰਖਿਆ ਜਾਏਗਾ ਤੇ ਕਿਸਾਨਾਂ ਦਾ ਵੀ ਅੰਦਰਲਾ ਪਰਖਿਆ ਜਾਏਗਾ। ਹਾਂ, ਬਸ ਇਹੀ ਅਸਲ 'ਚ ਜਿਹਨੂੰ ਆਪਾਂ ਜਾਣ ਪਛਾਣ ਵਾਲੀ ਮੀਟਿੰਗ ਕਹਾਂਗੇ। ਤਾਂ ਹਾਲਾਂਕਿ ਸਰਕਾਰ ਤਾਂ ਇਸ ਗੱਲ 'ਚ ਉਹਨੇ ਇਹ ਕੋਸ਼ਿਸ਼ ਕੀਤੀ, ਜਾਣੀ ਰੇਲਾਂ ਵਾਲੇ ਮਾਮਲੇ 'ਚ ਅਸੀਂ ਜਾਣੀ ਇੱਥੋਂ ਦਾ ਆਪਾਂ ਨੂੰ ਪਤਾ ਵੀ ਪੰਜਾਬ ਦਾ ਜਿਹੜਾ ਬਿਜ਼ਨਸ ਵਪਾਰ ਜਾਂ 2-3 ਜਿਹੜੇ ਸੂਬਿਆਂ ਨੂੰ ਅੱਗੇ ਰੇਲ ਗੱਡੀਆਂ ਨੇ ਜਾਣਾ ਹੈ, ਉੱਥੇ ਵੀ ਸਮਾਨ ਪਹੁੰਚਣਾ ਹੈ। ਇਸ ਕਿਸਮ ਦਾ ਸਾਰਾ ਹੀ ਨੁਕਸਾਨ ਹੁੰਦਾ। ਸਰਕਾਰ ਨੂੰ ਇਸ ਨੁਕਸਾਨ ਦੇ ਬਾਵਜੂਦ ਵੀ ਆਪਣੇ ਤੌਰ 'ਤੇ ਜਿਵੇਂ ਲੋਕਾਂ 'ਚ ਸਰਕਾਰ ਕਿਸਾਨਾਂ ਦੇ ਗਲ ਪਾਉਣਾ ਚਾਹੁੰਦੀ ਸੀ, ਕਿਸਾਨਾਂ ਨੇ ਟ੍ਰੈਫਿਕ ਪਹਿਲਾਂ ਹੀ ਖੋਲ੍ਹਤੀ ਸੀ, ਪਰ ਫਿਰ ਵੀ ਉਹ ਇਸ ਗੱਲ ਤੇ ਬਸ-ਜਿੱਦ ਸੀਗੀ, ਜਾਣੀ ਕਿਸਾਨ ਆਪਣੇ ਇਸ ਗੱਲ 'ਚ ਹੀ ਬਦਨਾਮ ਹੋ ਜਾਣ। ਤਾਂ ਜਿਹਦੇ ਕਰਕੇ ਇਹ ਜਿਹੜੇ ਆਮ ਜਨਤਾ ਜਾਂ ਲੋਕਾਂ 'ਚੋਂ, ਵਪਾਰੀਆਂ 'ਚੋਂ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਉਹਨਾਂ 'ਚੋਂ ਨਿਖੜ ਜਾਣ। ਪਰ ਇਹ ਚੰਗੀ ਗੱਲ ਹੈ ਵੀ ਪੂਰਾ ਆਪਣਾ ਦੇਸ਼ ਦੇ ਜਿਹੜੇ ਆਮ ਲੋਕਾਂ ਨੇ, ਖਾਸ ਤੌਰ 'ਤੇ ਪੰਜਾਬ ਦੇ ਲੋਕਾਂ ਨੇ, ਵਪਾਰੀਆਂ ਨੇ, ਸਾਰੇ ਵਰਗ ਦੇ ਲੋਕਾਂ ਨੇ ਇਸ ਗੱਲ ਨੂੰ, ਕਿਸਾਨਾਂ ਦੇ ਇਸ ਪੱਖ 'ਚ ਉਹਨਾਂ ਦੀ ਇਸ ਜਿਹੜੀ ਸਟਰਗਲ ਹੈ ਇਹਨੂੰ ਉਹਨੇ ਠੀਕ ਮੰਨਿਆ। ਤਾਂ ਜਿਹਦੇ ਕਰਕੇ ਸਰਕਾਰ ਦੇ ਪੱਤਾ ਨਹੀਂ ਚੱਲਿਆ। ਤਾਂ ਹੁਣ ਇਸੇ ਕਰਕੇ ਉਹਨਾਂ ਨੇ ਸਾਰੇ ਹਾਲਤਾਂ 'ਚੋਂ ਵੀ ਹੁਣ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜਾਂ ਜਾਣੀ ਇਹ ਤੋਂ ਪਹਿਲਾਂ ਵੀ ਬੀਜੇਪੀ ਦੇ ਜਿਹੜੇ ਪੰਜਾਬ ਦੇ ਆਗੂ ਨੇ, ਜਿਹੜੇ 3 ਆਗੂ ਸੈਂਟਰ ਜਾ ਕੇ ਬੈਠੇ ਨੇ, ਉਹਨਾਂ ਨੇ ਇਹ ਸਾਫ਼ ਗੱਲ ਕਹਿਤੀ ਵੀ ਪੰਜਾਬ 'ਚੋਂ ਬੀਜੇਪੀ ਦਾ ਜਿਹੜਾ ਸਿਆਸੀ ਉਹਦੀ ਜਿਹੜੀ ਹੋਂਦ ਹੈ ਬਿਲਕੁਲ ਖਤਮ ਹੋ ਜਾਊਗੀ, ਬੜਾ ਹਰਜਾ ਹੋਊਗਾ। ਜਾਣੀ ਇਸ ਤਰ੍ਹਾਂ ਨਾਲ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜਿੱਤੂਪੁਰ ਸਾਹਿਬ, ਜੇ ਆਪਾਂ ਮੋਟੇ ਤੌਰ ਤੇ ਮੰਨੀਏ ਤਾਂ ਕਿਹੜੇ ਉਹ ਨੁਕਤੇ ਨੇ ਜਿਹੜੇ ਕੇਂਦਰ ਦੇ ਨਾਲ ਸਾਂਝੇ ਕਰਨਗੇ ਉੱਥੇ ਜਾ ਕੇ, ਤੇ ਕਿਸ ਤਰ੍ਹਾਂ ਦੀ ਗੱਲਬਾਤ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਉੱਥੇ ਹੋਣੀ ਚਾਹੀਦੀ ਹੈ ਜਾਂ ਉਸ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਕਿਸਾਨਾਂ ਨੂੰ, ਕਿ ਜੇ ਅੱਜ ਦੀ ਮੀਟਿੰਗ 'ਚ ਨਿਰਣਾ ਨਹੀਂ ਹੁੰਦਾ ਤਾਂ ਅਗਲੀਆਂ ਮੀਟਿੰਗਾਂ ਦੇ ਵਿੱਚ ਕਿਹੜੇ ਨੁਕਤੇ ਹੋਣਗੇ ਉੱਥੇ? ਅਸਲ 'ਚ ਜਿਹੜਾ ਕਿਸਾਨਾਂ ਨੇ ਤੋਂ ਪਹਿਲੀ ਮੀਟਿੰਗ 'ਚ ਕੀਤਾ, ਉਦੋਂ ਇੱਕ ਮੰਗ ਪੱਤਰ ਦੇ ਕੇ ਆਏ ਨੇ। ਜਿਵੇਂ ਉਹ ਮੰਗ ਪੱਤਰ ਦੇ ਨਾਲ ਕੁਛ ਮੰਗਾਂ ਜਿਹੜੀ ਫੌਰੀ ਜੋੜੀਆਂ ਜਾਣਗੀਆਂ, ਜਿਵੇਂ ਇਹਨਾਂ ਨੇ ਪਰਾਲੀ ਦਾ ਕਿਸਾਨਾਂ ਨੂੰ ਸਜ਼ਾ ਔਰ 1 ਕਰੋੜ ਦਾ ਜੁਰਮਾਨਾ, ਜਿਹਨੇ ਇਹ ਮੁੱਦਾ ਵਿਚਾਰਿਆ ਜੀ, ਉਹਦੇ ਨਾਲ ਹੀ ਜਿਹੜਾ ਸਰਕਾਰ ਇੱਕ ਨਵਾਂ ਫਾਰਮੂਲਾ ਕੱਢਦੀ ਹੈ ਵੀ ਲੋਕਾਂ ਨੂੰ ਕਿਸੇ ਆਨੀ ਬਹਾਨੀ ਤੁਸੀਂ ਅੰਦਰ ਕਰਨਾ। ਜਿਵੇਂ ਇੱਥੇ ਵੀ ਕੁਛ ਇੱਥੋਂ ਦੇ ਜਿਹੜੇ ਬੀਜੇਪੀ ਦੇ ਲੀਡਰਾਂ ਨੇ, ਜਿਹੜੇ ਇਹਨਾਂ ਦੇ ਸੂਬਾ ਪ੍ਰਧਾਨ ਨੇ, ਨਾ ਆਲ ਇੰਡੀਆ ਲੈਵਲ ਦੇ ਪ੍ਰਧਾਨ ਨੱਡੇ ਨੇ ਵੀ ਬਿਆਨ ਦਿੱਤਾ, ਜਾਣੀ ਇੱਥੇ ਸ਼ਹਿਰੀਏ, ਨਕਸਲੀਏ, ਫਲਾਣਾ ਕੁਛ, ਆਹ ਕੁਛ, ਇਸ ਕਿਸਮ ਦੀ ਉਹ ਸ਼ਰਾਰਤਬਾਜ਼ੀ ਕਰਦੇ ਨੇ। ਇਹ ਵੀ ਮੰਗ ਸਗੋਂ ਰੱਖੀ ਜਾਊਗੀ ਸਰਕਾਰ ਦੇ ਜਿਹੜੇ ਹਰਬੇ ਨੇ, ਜਿਵੇਂ ਬੁੱਧੀਜੀਵੀਆਂ ਨੂੰ ਜਿਹੜਾ ਸਰਕਾਰ ਦੀ ਇਸ ਤਰ੍ਹਾਂ ਨਾਲ ਉਹਨਾਂ ਦੀਆਂ ਗਲਤੀਆਂ ਦਾ, ਉਹਨਾਂ ਦੀ ਜਿਹੜਾ ਆਪ ਹੁਦਰਾਪਨ ਹੈ, ਉਹਦਾ ਜਿਹੜਾ ਏਕਾਧਿਕਾਰ ਲੋਕਾਂ ਦੀਆਂ ਮੰਗਾਂ ਨੂੰ ਦਬਾਉਣ ਵਾਲਾ, ਉਹਦੇ 'ਚ ਜਿਹੜੇ ਵੀ ਬੁੱਧੀਜੀਵੀਆਂ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ, ਇਸ ਗੱਲ ਦੀ ਤਾੜਨਾ ਕੀਤੀ ਹੈ, ਉਹਨਾਂ ਨੂੰ ਸ਼ਹਿਰੀਏ, ਨਕਸਲੀ ਕਹਿ ਕੇ ਉਹਨਾਂ ਨੇ ਜੇਲ੍ਹਾਂ 'ਚ ਆਪਣਾ ਬੰਦ ਕੀਤਾ ਵਾ। ਤਾਂ ਇਸ ਕਰਕੇ ਜਥੇਬੰਦੀਆਂ ਅੱਜ ਦੀ ਮੀਟਿੰਗ 'ਚ ਇਹ ਗੱਲ ਵੀ ਵਿਚਾਰਨਗੀਆਂ ਵੀ ਇਸ ਕਿਸਮ ਦੇ ਜਿਹੜਾ ਤੁਸੀਂ ਲੋਕਾਂ ਨੂੰ ਇਸ ਕਿਸਮ ਦਾ ਫਤਵੇ ਦੇ ਕੇ ਅੰਦਰ ਕਰਦੇ ਹੋ, ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਅੱਗੋਂ ਨੂੰ ਹੀ ਜਾਣੀ ਕਿਸਾਨਾਂ ਨੂੰ ਇਸ ਤਰ੍ਹਾਂ ਨਾਲ, ਕਿਸਾਨ ਲਹਿਰ ਨੂੰ, ਕਿਸੇ ਲਹਿਰ ਨੂੰ ਬਦਨਾਮ ਨਾ ਕੀਤਾ ਜਾਵੇ। ਇਹ ਮੰਗ ਵੀ ਅੱਜ ਵਿਚਾਰੀ ਜਾਊਗੀ। ਉਮੀਦ ਕਰਦੇ ਹੋ ਕਿ ਕੇਂਦਰ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਗਾ? ਕਿਉਂਕਿ ਉਹ ਤਾਂ ਆਪਣੀ ਜਿਹੜੀ ਜ਼ਿੱਦ ਹੈ ਉਹਦੇ ਤੇ ਅੜਿਆ ਹੋਇਆ ਕਿ ਅਸੀਂ ਤਾਂ ਖੇਤੀ ਕਾਨੂੰਨ ਰੱਦ ਨਹੀਂ ਕਰਦੇ, ਤੁਹਾਡੇ ਨਾਲ ਗੱਲਬਾਤ ਕਰਾਂਗੇ, ਸਮਝਾਉਣ ਦੀ ਕੋਸ਼ਿਸ਼ ਕਰਨਗੇ ਉਹ ਸਿਰਫ। ਅਸਲ ਤੁਹਾਡੀ ਗੱਲ ਇਹ ਸਹੀ ਹੈ ਵੀ ਉਹਨਾਂ ਨੇ ਬਿਲਕੁਲ ਹੀ ਇਹ ਕਾਨੂੰਨ ਰੱਦ ਨਹੀਂ ਕਰਨੇ। ਕਿਸਾਨ ਜਥੇਬੰਦੀਆਂ ਨੇ ਵੀ ਸਮਝਿਆ, ਕਿਉਂਕਿ ਜਿਹੜੇ ਇਹ ਕਾਨੂੰਨ ਨੇ, ਜਿਹੜਾ ਸਾਡਾ ਅੱਜ ਦਾ ਆਰਥਿਕ ਪ੍ਰਬੰਧ ਹੈ ਜਾਂ ਸਿਆਸੀ ਪ੍ਰਬੰਧ ਹੈ, ਇਹ ਅਸਲ 'ਚ ਸਾਡੇ ਮੁਲਕ ਦੇ ਹਿੱਤਾਂ 'ਚ ਨਹੀਂ। ਇਹ ਸਗੋਂ ਦੁਨੀਆ ਪੱਧਰ 'ਤੇ ਖੁੱਲ੍ਹੀ ਮੰਡੀ ਦਾ ਜਦੋਂ ਦੌਰ 91 ਤੋਂ ਮਨਮੋਹਨ ਸਿੰਘ ਦੇ ਵੇਲੇ ਸ਼ੁਰੂ ਹੋਇਆ, ਲਗਾਤਾਰ ਉਸੇ ਦਾ ਇੱਕ ਵਰਤਾਰਾ, ਉਹਦਾ ਇੱਕ ਸਿਖਰ ਹੈ। ਤਾਂ ਜਿਹਦੇ ਕਰਕੇ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਚਾਹੁੰਦੀਆਂ ਨੇ ਹਿੰਦੁਸਤਾਨ ਦੀ ਜਿਹੜੀ ਖੇਤੀ ਪਹਿਲਾਂ ਵੀ ਚਾਹੇ ਸਾਮਰਾਜੀ ਨੀਤੀਆਂ 'ਤੇ ਚੱਲੀ ਹੈ, ਖੇਤੀ ਘਾਟੇ 'ਚ ਤੁਰਦੀ ਆਈ ਹੈ, ਉਹ ਜਾਣੀ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਉਹਦਾ ਭਾਅ ਮਿੱਥਦੀ, ਕੁਛ ਇਸ ਕਿਸਮ ਦਾ ਹਾਦਾ ਨਾਰਾ ਮਾਰਦੀ ਸੀ, ਚਾਹੇ ਉਹ ਖੇਤੀ ਘਾਟੇ 'ਚ ਰਹੀ ਹੈ। ਪਰ ਹੁਣ ਤਾਂ ਬਿਲਕੁਲ ਹੀ ਖੇਤੀ ਬੁਨਿਆਦੀ ਤੌਰ 'ਤੇ ਹੀ ਵੱਡੀਆਂ ਕੰਪਨੀਆਂ ਨੂੰ ਜਿਹੜਾ ਸਰਕਾਰ ਦੇਣ ਜਾ ਰਹੀ ਹੈ, ਜਿਹਦੇ ਕਰਕੇ ਜਿਵੇਂ ਉਹ 'ਚ ਜਿਹੜੇ ਕਿਸਾਨ ਦੀ ਜ਼ਮੀਨ ਵੀ ਖੁੱਸ ਜਾਣੀ ਹੈ, ਉਹਦਾ ਇੱਕ ਤਰ੍ਹਾਂ ਨਾਲ ਉਹਨੇ ਇੱਕ ਲੇਬਰ ਦੇ ਤੌਰ 'ਤੇ ਉਹਨਾਂ ਕੰਪਨੀਆਂ ਲਈ ਕੰਮ ਕਰਨਾ। ਇਹ ਬਿਲਕੁਲ ਹੀ ਖੇਤੀ ਦੀ ਬੁਨਿਆਦ ਹੀ ਖਤਮ ਕਰਨ ਵਾਲਾ ਜਿਹੜਾ ਇਹਨਾਂ ਪ੍ਰਾਈਵੇਟ ਸੈਕਟਰਾਂ ਨੂੰ ਸਰਕਾਰ ਨੇ ਜਿਹੜਾ ਮਿਥ ਲਿਆ। ਸਰਕਾਰ ਦਾ ਪ੍ਰੋਗਰਾਮ ਹੈ, ਇਹ ਤੋਂ ਪਿੱਛੇ ਨਹੀਂ ਹਟ ਸਕਦੀ। ਸਾਡੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ, ਦੇਸ਼ ਦੇ ਹਿੱਤਾਂ ਦੀ, ਦੇਸ਼ ਦੇ ਅੰਨ ਦੀ, ਦੇਸ਼ ਦੇ ਕੋਈ ਉਹਨੂੰ ਸੰਕਟ ਨਹੀਂ
ਜਾਣੀ ਦੇਸ਼ ਭੁੱਖਾ ਮਰੇ ਆ ਮਰੇ, ਜਿਹੜੀ ਉਹ ਕਦੇ ਕਿਸਾਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਦਿੱਤੀ ਸੀ, ਉਹਨੇ ਦੇਸ਼ ਦੇ ਅੰਨ ਭੰਡਾਰ ਭਰੇ ਨੇ, ਸਾਡੀ ਜਿਹੜੀ ਭੁੱਖਿਆਂ ਨੂੰ ਰੋਟੀ ਦਿੱਤੀ ਹੈ ਸਾਡੇ ਇਹਨਾਂ ਕਿਸਾਨਾਂ ਨੇ, ਖਾਸ ਤੌਰ 'ਤੇ ਪੰਜਾਬ ਦੇ ਕਿਸਾਨਾਂ ਨੇ। ਇਸ ਗੱਲ ਦੀ ਉਹਨਾਂ ਨੂੰ ਕੋਈ ਕਦਰ ਨਹੀਂ ਵੀ ਅਸੀਂ ਬਾਹਰੋਂ ਹੀ ਜਿਹੜੀਆਂ ਕੰਪਨੀਆਂ ਉਹਨਾਂ ਕੋਲ ਦੁਨੀਆ ਪੱਧਰ 'ਤੇ ਅਨਾਜ ਦਾ ਭੰਡਾਰ ਹੈ, ਉਹ ਆਪਣੇ ਆਪ ਇਹ ਸਾਰੀਆਂ ਚੀਜ਼ਾਂ ਦਿੰਦੀਆਂ ਰਹਿਣਗੀਆਂ। ਜਾਣੀ ਅੱਜ ਸਾਰਾ ਕੁਛ ਉਹ ਕੰਪਨੀਆਂ 'ਤੇ ਛੱਡਤਾ, ਜਾਣੀ ਅੱਜ ਆ ਵੀ ਸਰਕਾਰ ਇਹ ਸਾਰੇ ਕਾਜ ਤੋਂ ਭੱਜ ਰਹੀ। ਇਸ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਉਤਸ਼ਾਹ ਕਰਦੀ ਹੈ, ਉਹਦੀ ਰਾਖੀ ਲਈ ਹੈ, ਉਹਨਾਂ ਲਈ ਕਾਨੂੰਨ ਪਾਸ ਕਰਦੀ ਹੈ। ਜਤਪੁਰ ਸਾਹਿਬ, ਇੱਕ ਹੋਰ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਜਿਹੜੀਆਂ ਬਾਕੀ ਭਾਰਤ ਦੀਆਂ ਹੋਰ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ, ਪਹਿਲੀ ਗੱਲ ਤਾਂ ਸਿੱਧਾ ਨਿਸ਼ਾਨਾ ਪੰਜਾਬ ਤੇ ਹਰਿਆਣੇ ਨੂੰ, ਸਭ ਤੋਂ ਵੱਧ ਨਿਸ਼ਾਨਾ ਪੰਜਾਬ ਨੂੰ ਬਣਾਇਆ ਜਾ ਰਿਹਾ, ਸੱਦਿਆ ਵੀ ਉੱਥੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਗਿਆ। ਦੂਜੀ ਗੱਲ ਇਹ ਕਿ ਯੋਗੇਂਦਰ ਯਾਦਵ ਉਹਨਾਂ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਉਹ ਪੰਜਾਬ ਦੇ ਅਜਿਹੇ ਮਸਲੇ ਨੇ ਜਿਹੜੇ ਬੜੇ ਗੰਭੀਰ ਮਸਲੇ ਨੇ, ਭਾਵੇਂ ਉਹ ਪਾਣੀਆਂ ਦਾ ਮਸਲਾ ਹੋਵੇ, ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਤੇ ਨਾ ਕਿਤੇ ਇਹਦੀ ਹਮਾਇਤ ਕੀਤੀ, ਪਰ ਉਹ ਕਹਿੰਦੇ ਨੇ ਕਿ ਅਗਲੇ ਨਤੀਜੇ ਕੀ ਨਿਕਲਣਗੇ। ਯੋਗੇਂਦਰ ਯਾਦਵ ਤੇ ਵੀ ਸ਼ੱਕ ਉੱਠ ਰਿਹਾ। ਤੁਹਾਨੂੰ ਕੀ ਲੱਗਦਾ ਕਿ ਕਿਸਾਨ ਜਥੇਬੰਦੀਆਂ ਨੂੰ ਨੈਸ਼ਨਲ ਲੈਵਲ ਦੇ ਉੱਤੇ ਯੋਗੇਂਦਰ ਯਾਦਵ ਉਹਨਾਂ ਨੂੰ ਰੱਖਣਾ ਚਾਹੀਦਾ ਹੈ, ਜਾਂ ਫਿਰ ਉਹਨਾਂ ਦੀ ਜਿਹੜੀ ਸੋਚ ਹੈ, ਜਾਂ ਤਾਂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਣਾ ਚਾਹੀਦਾ ਕਿ ਪੰਜਾਬ ਦੀ ਸੋਚ ਦੇ ਅਕੋਰਡਿੰਗ ਚੱਲਣ? ਜੋਗਿੰਦਰ ਯਾਦਵ ਅਸਲ 'ਚ ਇਸ ਲਹਿਰ ਨਾਲ ਜੁੜਿਆ ਵਾ ਆਲ ਇੰਡੀਆ ਲੈਵਲ 'ਤੇ, ਇਸ ਕਰਕੇ ਉਹਦੇ 'ਚ ਇਸ ਕਰਨਾ ਕੋਈ ਸ਼ੱਕ ਨਹੀਂ। ਉਹਦਾ ਤਾਂ ਇਹ ਯਤਨ ਹੈ ਵੀ ਅੱਡ ਅੱਡ, ਜਿਵੇਂ ਪੰਜਾਬ ਦੀ ਜਿਹੜੀ ਸਟਰਗਲ ਸਭ ਤੋਂ ਅੱਗੇ ਹੈ, ਇੱਥੇ ਉਹਨਾਂ ਦਾ ਆਉਣਾ ਜਾਣਾ, ਜਾਣੇ ਇਵੇਂ ਸਾਰੀ ਗੱਲ ਦੀ ਹਮਦਰਦੀ ਫਰਕ ਕਰਨਾ। ਤਾਂ ਇਸ ਕਰਕੇ ਜਿਹੜੀ ਜੋਗਿੰਦਰ ਯਾਦਵ ਜਿਹੜੀ ਆਲ ਇੰਡੀਆ ਲੈਵਲ ਦੀ ਸੰਘਰਸ਼ ਤਾਲਮੇਲ ਕਮੇਟੀ ਹੈ, ਉਹਨਾਂ ਨੇ ਇਸ ਗੱਲ ਦੀ ਉਹ ਮਾਨਤਾ ਦਿੱਤੀ ਹੈ ਵੀ ਪੰਜਾਬ ਨੇ ਪੂਰੇ ਦੇਸ਼ ਨੂੰ ਰਾਹ ਦਿਖਾਇਆ। ਤਾਂ ਜਿਹਦੇ ਕਰਕੇ ਦੇਸ਼ ਦੀਆਂ ਅੱਜ ਸਮਝੋ ਵੀ 500 ਦੇ ਕਰੀਬ ਕਿਸਾਨ ਜਥੇਬੰਦੀਆਂ ਉਹ ਸਾਰੀਆਂ ਇਕੱਠੀਆਂ ਹੋਈਆਂ ਨੇ, ਜਿਨ੍ਹਾਂ ਨੇ ਆ ਜਿਹੜਾ 26 ਔਰ 27 ਦਾ ਪ੍ਰੋਗਰਾਮ ਹੈ, ਮੈਂ ਵੀ ਸਾਫ਼ ਕਰਦੇ ਵੀ ਨਿਰਾ ਆਪਣਾ ਪੰਜਾਬ ਤੋਂ ਬਿਨਾਂ ਪੂਰੇ ਹਿੰਦੁਸਤਾਨ ਦਾ ਪ੍ਰੋਗਰਾਮ ਹੈ। ਇਸ ਕਰਕੇ 26-27 ਨੂੰ ਜਾਣਾ ਹੀ ਪੈਣਾ ਸਾਨੂੰ, ਜਾਣੀ ਦਿੱਲੀ ਚੱਲੋ ਜਿਹੜਾ ਪ੍ਰੋਗਰਾਮ ਹੈ ਇਹ ਹਿੰਦੁਸਤਾਨ ਦੇ ਸਾਰੀਆਂ ਜਥੇਬੰਦੀਆਂ ਵੱਲੋਂ ਹੈ। ਇਸ ਕਰਕੇ ਇਹ ਇਕੱਲੇ ਪੰਜਾਬ ਦਾ ਨਹੀਂ, ਮਤਲਬ ਇਹ ਮੰਨ ਕੇ ਚੱਲੀਏ ਕਿ ਅੱਜ ਕੋਈ ਹੱਲ ਨਹੀਂ ਨਿਕਲਣਾ, 26-27 ਦੀ ਤਿਆਰੀ ਫਿਰ? ਹਾਂ ਉਹ ਜਾਣੀ ਪੈਣੀ ਹੈ, ਕਿਉਂਕਿ ਅਸਲ 'ਚ ਤਾਂ ਆਲ ਇੰਡੀਆ ਲੈਵਲ ਦਾ ਹੀ ਪ੍ਰੋਗਰਾਮ ਹੈ। ਜਾਣੀ ਸਾਰੇ ਹਿੰਦੁਸਤਾਨ ਨੇ 26 ਦਿੱਲੀ ਚਲੋ ਦਾ ਪ੍ਰੋਗਰਾਮ ਦਿੱਤਾ। ਸਾਰੀਆਂ ਜਥੇਬੰਦੀਆਂ ਇਸ ਬਾਰੇ ਗੰਭੀਰ ਨੇ। ਇਹ ਮਸਲਾ ਸਰਸਰੀ ਗੱਲਾਂ ਬਾਤਾਂ ਨਾਲ ਹੱਲ ਨਹੀਂ ਹੋਣ ਵਾਲਾ। ਜਿੱਥੋਂ ਤੱਕ ਸਾਡਾ ਜਿਹੜਾ ਰਾਜ ਪ੍ਰਬੰਧ ਹੈ, ਸਾਡਾ ਜਿਹੜਾ ਸਿਸਟਮ ਹੈ ਪਹੁੰਚ ਗਿਆ, ਤਾਂ ਜਿਵੇਂ ਸਾਡਾ ਜਿਹੜਾ ਪੋਲੀਟੀਕਲ ਜਿਹੜਾ ਹੈਗਾ ਏਕਾਧਿਕਾਰ ਤਾਨਾਸ਼ਾਹ ਜਿਹੜਾ ਆਪਾਂ ਕਹਿੰਦੇ ਹਾਂ ਵੀ ਇਸ ਦੌਰ 'ਚ ਪਹੁੰਚ ਗਿਆ, ਇਹਨੇ ਲੋਕਾਂ ਦੀ ਉਸ ਕਿਸਮ ਜਿਹੜੀ ਡੈਮੋਕ੍ਰੇਟਿਕ ਜਿਹੜੇ ਰਾਈਟਸ ਨੇ ਜਾਂ ਬੁਨਿਆਦੀ ਹੱਕ ਨੇ ਉਹਨਾਂ ਨੂੰ ਬਿਲਕੁਲ ਨਹੀਂ ਸੁਣਦਾ। ਤੇ ਹੁਣ ਆਪਾਂ ਅਖੀਰ ਦੇ ਵਿੱਚ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ, ਜਿਹੜੇ ਲਗਾਤਾਰ ਧਰਨੇ ਪ੍ਰਦਰਸ਼ਨਾਂ 'ਚ ਸ਼ਾਮਲ ਹੋ ਰਹੇ ਨੇ, ਮੋਰਚਿਆਂ ਸ਼ਾਮਲ, ਇੱਕ ਤਰ੍ਹਾਂ ਦੀ ਉਹ ਤਾਂ ਇਸ ਵਾਰ ਕਾਲੀ ਦੀਵਾਲੀ ਮਨਾ ਰਹੇ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ, ਉਹਨਾਂ ਕਿਸਾਨਾਂ ਨੂੰ ਹੁਣ ਅੱਗੇ ਕੀ ਕਰਨਾ ਚਾਹੀਦਾ? ਕਿਉਂਕਿ ਨਜ਼ਰ ਸਭ ਦੀ ਇਹੀ ਹੈ, ਜਿਹੜੀ ਅੱਜ ਦੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਕਿਸਾਨਾਂ ਦੀ, ਉਹ ਵੀ ਇਹੀ ਦੇਖ ਰਹੀ ਹੈ ਕਿ ਸ਼ਾਇਦ ਜਿਹੜਾ ਜੇ ਦਿੱਲੀ ਨਾਲ ਗੱਲਬਾਤ ਹੋਣ ਜਾ ਰਹੀ ਹੈ ਜਾਂ ਦਿੱਲੀ ਨਾਲ ਗੱਲਬਾਤ ਹੋ ਰਹੀ ਹੈ ਤਾਂ ਮਸਲਾ ਹੱਲ ਹੋ ਜਾਏਗਾ। ਪਰ ਤੁਸੀਂ ਕਹਿੰਦੇ ਹੋ ਕਿ ਸੰਘਰਸ਼ ਲੰਮਾ ਹੋਏਗਾ, ਤੇ ਜੇ ਸੰਘਰਸ਼ ਲੰਮਾ ਹੋਏਗਾ ਤਾਂ ਕਿਸ ਤਰੀਕੇ ਨਾਲ ਆਪਣਾ ਜਿਹੜਾ ਉਹ ਕਮਰ ਕੱਸੇ ਕਰਨੇ ਚਾਹੀਦੇ ਨੇ ਇਹਨਾਂ ਨੂੰ? ਅਸਲ 'ਚ ਕਿਉਂਕਿ ਸੰਘਰਸ਼ ਦਾ ਜਿਹੜਾ ਨਾ ਰੋਹ ਲੋਕਾਂ ਦਾ ਉਨਾ ਹੀ ਬੰਦਾ। ਪਹਿਲੀ ਗੱਲ ਤਾਂ ਜਿਹੜਾ ਪੰਜਾਬ ਜਾਂ ਹਰਿਆਣਾ ਜਿਹਨੂੰ ਆਪਾਂ ਕਹਿੰਦੇ ਵੀ ਖੇਤੀ 'ਚ ਜਿਹੜੇ ਵਿਕਸਿਤ ਖਿੱਤੇ ਨੇ, ਕਿਉਂਕਿ ਇੱਥੇ ਅਸਲ 'ਚ ਜਿਹੜਾ MSP ਲਾਗੂ ਸੀਗੀ, ਅੱਛਾ ਖੇਤੀ ਦੀ ਜਿਹੜੀ ਟੈਕਨੀਕਲੀ ਐਡਵਾਂਸ ਸੀਗੀ, ਉੱਥੇ ਲੋਕਾਂ ਨੂੰ ਜਿਹੜਾ ਆਮਦਨ ਨਾਲ, ਉਹਦੀ ਕਮਾਈ ਨਾਲ, ਉਹਦੀ ਪ੍ਰੋਡਕਸ਼ਨ ਨਾਲ ਜ਼ਿਆਦਾ ਲਗਾਅ ਹੁੰਦਾ, ਜ਼ਿਆਦਾ ਚੇਤਨ ਹੁੰਦੇ ਨੇ। ਇਸ ਕਰਕੇ ਸਭ ਤੋਂ ਪਹਿਲਾਂ ਇਸੇ ਕਰਕੇ ਪੰਜਾਬ ਨੇ ਲੀਡ ਕੀਤਾ, ਕਿਉਂਕਿ ਇਹਨੇ ਜਿੱਥੇ ਵੱਧ ਪੈਦਾ ਕੀਤਾ ਇਹਦੀ ਜਿਹੜੀ ਸਮਝ 'ਚ ਇਹ ਵੀ ਗੱਲ ਆਈ ਵੀ ਮੈਂ ਵੱਧ ਪੈਦਾ ਕੀਤਾ, ਵੱਧ ਕਮਾਈ ਆ, ਮੇਰੀ ਕਮਾਈ ਜਿਹੜਾ ਮੇਰਾ ਪੈਦਾਵਾਰ ਦਾ ਸਾਧਨ ਹੀਲਾ ਨਹੀਂ ਮੇਰੇ ਤੋਂ ਜਾਣਾ ਚਾਹੀਦਾ। ਇਸ ਕਰਕੇ ਸਭ ਤੋਂ ਜ਼ਿਆਦਾ ਇਹ ਲੜਾਕਾ, ਸਭ ਤੋਂ ਜ਼ਿਆਦਾ ਹੀ ਇਹ ਇਸ ਕਰਕੇ ਐਕਸ਼ਨ 'ਚ ਆਇਆ, ਕਿਉਂਕਿ ਇਹਨੇ ਜਿਹੜੀ ਆਰਥਿਕਤਾ ਨੂੰ ਇੰਨਾ ਡਿਵੈਲਪ ਕੀਤਾ, ਉਨਾ ਹੀ ਇਹ ਰਾਈਟ ਮੰਨਦਾ ਵੀ ਸਾਡੀ ਮੇਰੀ ਇਨਕਮ ਮੇਰੇ ਕੋਲ ਰਹੇ। ਤਾਂ ਬਾਕੀ ਸਟੇਟਾਂ ਹੁਣ ਬਾਅਦ ਜਿਵੇਂ ਸਾਰੀਆਂ ਪੰਜਾਬ ਨੇ ਲੀਡ ਕੀਤਾ, ਇਹਦੇ ਪਿੱਛੇ ਜੁੜੀਆਂ ਨੇ, ਕੋਈ ਸਾਰਿਆਂ 'ਤੇ ਮਾਰ ਪੈਣੀਆਂ ਇਹ। ਤਾਂ ਇਸ ਕਰਕੇ ਦੂਜਾ ਰਿਹਾ ਵੀ ਲੋਕਾਂ ਦਾ, ਕਿਉਂਕਿ ਲੋਕਾਂ ਨੂੰ ਖਾਸ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਜਾਂ ਹਿੰਦੁਸਤਾਨ ਪੱਧਰ 'ਤੇ ਇੱਕ ਬਹੁਤ ਚੰਗਾ ਇਹ ਆਪਣਾ ਆਪਾਂ ਕਹਿ ਲਈਏ ਮੌਕਾ ਇਤਿਹਾਸ ਦਾ, ਜਿੱਥੇ ਲੋਕਾਂ 'ਚ ਇਸ ਗੱਲ ਦਾ ਬਿਲਕੁਲ ਖਿਆਲ ਆ ਗਿਆ ਵੀ ਸਾਡੀ ਸਰਕਾਰ ਦਾ ਕਰੈਕਟਰ ਕੀ ਹੈ, ਕਿ ਇਹ ਲੋਕ ਪੱਖੀ ਹੈ,
ਕਿ ਇੱਥੋਂ ਦੇ ਕਿਸਾਨਾਂ ਮਿਹਨਤ ਪੱਖੀ ਲੋਕਾਂ ਦੇ ਹੱਕ 'ਚ ਹੈ ਜਾਂ ਕਿ ਬਾਹਰਲੇ ਕਾਰਪੋਰੇਸ਼ਨ ਨਿੱਜੀ ਵੱਡੀਆਂ ਕੰਪਨੀਆਂ ਦੇ ਹੱਕ 'ਚ ਹੈ। ਪਹਿਲੀ ਗੱਲ ਤਾਂ ਇਹ ਇੱਕ ਸਮਝ ਆ ਰਹੀ ਹੈ ਲੋਕਾਂ ਦੀ। ਸਰਕਾਰ ਨੇ ਪਿਛਲੇ ਸਮੇਂ ਤੋਂ ਕੋਸ਼ਿਸ਼ ਕੀਤੀ ਹੈ ਲਗਾਤਾਰ, ਮੇਰਾ ਮਤਲਬ ਦੋ ਦਹਾਕਿਆਂ ਤੋਂ, ਕਾਂਗਰਸ ਤੋਂ ਲੈ ਕੇ, ਲੋਕਾਂ ਦੇ ਬੁਨਿਆਦੀ ਮਸਲੇ, ਆਰਥਿਕ ਮੁੱਦੇ, ਉਹਨਾਂ ਦੀਆਂ ਨੌਕਰੀਆਂ, ਉਹਨਾਂ ਦੀ ਐਜੂਕੇਸ਼ਨ, ਉਹ ਸਾਰਿਆਂ ਨੂੰ ਭੁਲਾਤਾ। ਕਿਸੇ ਨੇ ਵੀ ਆਪਣਾ ਜਿਹੜਾ ਪੋਲੀਟੀਕਲ ਸਲੋਗਨ ਨਹੀਂ ਬਣਾਇਆ। ਉਹ ਜਾਣੀ ਹੋਰ ਕਿਸਮ ਦੇ ਦੋਮ ਦਰਜੇ ਦੇ ਜਿਹੜੇ ਆਪਣਾ ਵੋਟਾਂ ਹਾਸਲ ਲਈ, ਜਿਵੇਂ BJP ਨੇ ਹਿੰਦੂ ਵੋਟਾਂ ਨੂੰ ਆਪਣਾ ਇੱਕ ਤਰ੍ਹਾਂ ਦਾ ਆਧਾਰ ਬਣਾਇਆ। ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਮਸਲੇ ਨੇ ਜਿਹੜਾ ਆਪਣੇ ਇਸ ਪ੍ਰੋਗਰਾਮ 'ਚੋਂ ਹਰ ਪਾਰਟੀ ਨੇ ਖਾਰਜ ਕਰਤਾ। ਇਸ ਕਰਕੇ ਵਿਰੋਧੀ ਪਾਰਟੀਆਂ ਤੇ ਰਾਜ ਕਰਦੀ ਪਾਰਟੀਆਂ 'ਚ ਕੋਈ ਬੁਨਿਆਦੀ ਫਰਕ ਨਹੀਂ। ਤਾਂ ਇਸ ਕਰਕੇ ਪੂਰਾ ਇਸ ਸਿਸਟਮ ਨੂੰ, ਜਿਹੜਾ ਸਿਸਟਮ ਸਾਰਿਆਂ ਲਈ ਤਬਾਹ ਕਰੂ ਹੈ, ਲੋਕ ਵਿਰੋਧੀ ਹੈ, ਕਿਸਾਨ ਵਿਰੋਧੀ ਹੈ, ਦੇਸ਼ ਵਿਰੋਧੀ ਹੈ। ਇਸ ਕਰਕੇ ਪਹਿਲੀ ਵਾਰੀ ਲੋਕਾਂ 'ਚ ਇਹ ਚੇਤਨਤਾ ਆ ਰਹੀ ਹੈ। ਖਾਸ ਤੌਰ 'ਤੇ ਕਿਸਾਨਾਂ ਦੀ ਇਸ ਮੂਵਮੈਂਟ ਨੇ ਪੂਰਾ ਇਹਨੂੰ ਇੱਕ ਤਰ੍ਹਾਂ ਨਾਲ ਜਿਵੇਂ ਕਹਿੰਦੇ ਇੱਕ ਤਿਲੀ ਦਾ ਕੰਮ ਕੀਤਾ, ਇੱਕ ਭਾਂਬੜ ਬਣਨ ਵਾਲੀ ਗੱਲ ਕਰਤੀ ਹੈ। ਲੋਕਾਂ ਨੂੰ ਅਹਿਸਾਸ ਹੋ ਗਿਆ ਜਿਹੜੀ ਸਰਕਾਰ ਸਾਡੀਆਂ ਆਰਥਿਕ ਤੌਰ 'ਤੇ ਨਹੀਂ, ਆਪਣੀ ਸਰਕਾਰ, ਇਹਨੂੰ ਬਦਲਣਾ ਚਾਹੀਦਾ, ਇਹ ਸਰਕਾਰ ਨਹੀਂ ਚੱਲਣੀ ਚਾਹੀਦੀ। ਇਹ ਇੱਕ ਵਿਚਾਰ ਆ ਰਿਹਾ, ਜਿਹਦੇ ਕਰਕੇ ਫਿਰ ਲੋਕਾਂ ਨੂੰ ਉਹਦੇ ਲਈ ਪਿਛਲੀਆਂ ਗੱਲਾਂ, ਸਮਾਜ ਕਿਵੇਂ ਬਦਲਦਾ ਹੈ, ਉਹਦੇ ਲਈ ਲੋਕ ਲੜਦੇ ਆਏ ਨੇ। ਇਹ ਸਾਰੀ ਪਿਛਲੀ ਹਿਸਟਰੀ, ਸਾਰਾ ਦੌਰ ਜਾਣੀ ਇੱਕ ਅਗਲੀ ਲੜਾਈ ਲਈ ਲੋਕਾਂ ਦਾ ਮਨ ਬਣਿਆ ਵਾ। ਕਿਉਂਕਿ ਪੰਜਾਬ ਦਾ ਹਰ ਹਿੱਸਾ ਜਿੰਨਾ ਸਰਕਾਰ ਇਹਨੂੰ ਟਾਲੂਗੀ, ਉਨਾ ਹੀ ਲੋਕਾਂ ਦਾ ਵਿਰੋਧ ਵਧੂਗਾ। ਵੀ ਇਸ ਕਰਕੇ ਇੱਕ ਚੰਗੀ ਗੱਲ ਹੈ, ਦੋਨਾਂ ਚੀਜ਼ਾਂ 'ਚ ਟਕਰਾਇਆ ਸਰਕਾਰ ਦੇ ਆਪਣੇ ਦਾਅਵੇ 'ਚ ਨੇ। ਜਾਣੀ ਲੋਕ ਇੱਥੋਂ ਤੱਕ ਹੈ ਵੀ ਅਸੀਂ ਕਿਸੇ ਕਿਸਮ ਦੀ ਵੀ ਜਿਹੜੀ ਸਾਡੀ ਕੋਲ ਦੀ ਜਿਹੜੀ ਸ਼ਕਲ ਹੈ, ਬੇਸ਼ੱਕ ਅਸੀਂ ਪੀਸਫੁਲ ਚੱਲਦੇ ਹਾਂ। ਆਉਣ ਵਾਲੇ ਸਮੇਂ 'ਚ ਕਿਉਂਕਿ ਸਰਕਾਰ ਦਾ ਵੀ ਇਹ ਹਰਬਾ ਹੋਊਗਾ ਵੀ ਪੀਸਫੁਲ ਜਿਹੜੀ ਸਟਰਗਲ ਨੂੰ ਵੀ ਹੋਰ ਪਾਸੇ ਤੋਰੇ, ਅਤੇ ਜਿਹੜੀ ਇਹਦੇ ਨਾਲ ਹੀ ਜਿਹੜੀ ਮੂਵਮੈਂਟ ਵੀ ਚੇਤਨ ਹੈ ਵੀ ਅਸੀਂ ਕਿਵੇਂ ਅੱਗੇ ਵਧਣਾ। ਜਾਣੀ ਇਹ ਮੂਵਮੈਂਟ ਨੇ ਨਹੀਂ ਦੱਬਣਾ। ਕਿਸਾਨ ਜਥੇਬੰਦੀਆਂ ਨੂੰ ਵੀ ਇੱਕ ਰਹਿਣਾ ਚਾਹੀਦਾ ਇਸ ਵਿਚਾਲੇ, ਕਿਉਂਕਿ ਵੱਖੋ ਵੱਖਰੇ ਜਦੋਂ ਬਿਆਨ ਆਉਂਦੇ ਨੇ ਤਾਂ ਲੋਕਾਂ 'ਚ ਸੁਨੇਹਾ ਜਾਂਦਾ ਕਿ ਕਿਤੇ ਨਾ ਕਿਤੇ ਕੋਈ ਪਾਟੋ ਧਾੜ ਅੰਦਰ ਖਾਤੇ ਜਿਹੜਾ ਉਹ ਅੰਦਰੂਨੀ ਕਲੇਸ਼ ਜਿਹੜਾ ਫੁੱਟ ਕੇ ਬਾਹਰ ਆ ਜਾਂਦਾ। ਯਾਨੀ ਹਾਲੇ ਤਾਂ ਇਸ 'ਚ ਕਿਉਂਕਿ ਹੋ ਨਹੀਂ ਸਕਦਾ। ਜਿਹੜੀ ਅੱਜ ਜਥੇਬੰਦੀ ਇਸ ਲਹਿਰ 'ਚੋਂ ਆਸੇ-ਪਾਸੇ ਕਰੂਗੀ, ਉਹਨਾਂ ਨੂੰ ਪਤਾ ਹੈ ਵੀ ਇਹਦੇ 'ਚ ਅਸੀਂ ਨਹੀਂ ਚੱਲ ਸਕਾਂਗੇ, ਕਿਸਾਨਾਂ 'ਚੋਂ ਨਿਖਰ ਜਾਵਾਂਗੇ। ਇਸ ਕਰਕੇ ਇੱਕ ਜ਼ਰੂਰੀ ਹੈ, ਇੱਕ ਲੋੜ ਹੈ, ਇੱਕ ਮਜਬੂਰੀ ਹੈ ਵੀ ਇੱਕ ਇਕੱਠੇ ਤੌਰ 'ਤੇ ਲੜਨ ਦਾ ਜਿਹੜਾ ਇੱਕ ਨਹੀਂ ਤੋਂ ਕੋਈ ਪਾਸੇ ਜਾ ਸਕਦਾ। ਠੀਕ ਹੈ, 19-21 ਉਹਦੇ 'ਚ ਫਰਕ ਤਰਕ ਹੋ ਸਕਦਾ, ਪਰ ਬੁਨਿਆਦੀ ਤੌਰ 'ਤੇ ਇੱਕ ਲਹਿਰ ਦਾ ਹੀ ਹਿੱਸਾ ਨੇ ਸਾਰੀਆਂ ਜਥੇਬੰਦੀਆਂ, ਚਾਹੇ ਉਹ ਕਿਵੇਂ, ਉਹਨਾਂ 'ਚ ਥੋੜ੍ਹੇ ਜਿਹੇ ਮਾੜੇ ਮੋਟੇ ਫਰਕ ਦਿਖਦੇ ਨੇ। ਅੱਛਾ, ਖੇਤੀ ਕਾਨੂੰਨ 'ਤੇ ਆਪਾਂ ਕੀ ਮੰਨੀਏ? ਜੇ ਖੇਤੀ ਕਾਨੂੰਨ ਰੱਦ ਹੋ ਜਾਂਦੇ ਨੇ, ਪਹਿਲੀ ਗੱਲ ਤਾਂ ਕੇਂਦਰ ਆਪਣੇ ਰਵੱਈਏ 'ਤੇ ਅੜਿਆ ਹੋਇਆ, ਪਰ ਜੇਕਰ ਖੇਤੀ ਕਾਨੂੰਨ ਰੱਦ ਹੋ ਜਾਂਦੇ ਨੇ ਤਾਂ ਕੀ ਜਿਹੜਾ ਸਵਾਮੀਨਾਥਨ ਕਮਿਸ਼ਨ ਰਿਪੋਰਟ ਦੀ ਲੋੜ ਨਹੀਂ ਫਿਰ ਕਿਸਾਨਾਂ ਨੂੰ? ਕਿਸਾਨ ਉਹਦੇ ਨਾਲ ਹੀ ਸੰਤੁਸ਼ਟ ਹੋ ਜਾਣਗੇ ਕਿ ਸਾਨੂੰ ਲੋੜ ਨਹੀਂ ਸਵਾਮੀਨਾਥਨ ਕਮਿਸ਼ਨ ਦੀ? ਬਿਲਕੁਲ ਬਹੁਤ ਜ਼ਰੂਰੀ ਇਹ ਸਵਾਲ ਹੈ, ਕਿਉਂਕਿ ਆਮ ਤੌਰ 'ਤੇ ਇਸ ਜਿਹੜੀ ਚਰਚਾ ਅਧੀਨ ਇਹ ਸਵਾਲ ਗਾਇਬ ਹੈ। ਕਿਉਂਕਿ ਮੋਟੇ ਆਮ ਪ੍ਰਭਾਵ ਹੋ ਜਾਂਦਾ, ਸ਼ਾਇਦ ਕਿਸਾਨ 3 ਕਾਨੂੰਨਾਂ ਖਾਤਰ ਹੀ ਲੜਦੇ ਨੇ। ਅਸਲ 'ਚ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਵੀ ਸਵਾਮੀਨਾਥਨ ਰਿਪੋਰਟ ਦੀ ਵੀ ਕਿਸਾਨੀ ਦੀ ਉਸ ਮਾੜੀ ਹਾਲਤ 'ਚੋਂ ਹੀ ਇੱਕ ਆਇਆ ਸੀਗਾ ਇਹ ਫਾਰਮੂਲਾ, ਤਾਂ ਕਿ ਕਿਸਾਨ ਨੂੰ ਉਹਦੀ ਆਮਦਨ ਤੋਂ 1.5 ਗੁਣਾ ਉਹਨੂੰ ਜਿਹੜਾ ਮਿਲੇ, ਤਾਂ ਕਿ ਉਹਦਾ ਕਰਜ਼ੇ ਤੋਂ ਬਾਹਰ ਨਿਕਲੇ। ਕਰਜ਼ਾ ਔਰ ਜਿਹੜਾ ਭਾਅ, ਸਵਾਮੀਨਾਥਨ ਦੋ ਚੀਜ਼ਾਂ ਪਹਿਲਾਂ ਹੀ ਕਿਸਾਨੀ ਘੋਲ ਦਾ ਹਿੱਸਾ ਸੀਗੀਆਂ। ਕਿਉਂਕਿ ਫੌਰੀ ਇਹ ਉੱਡਾ ਵੱਡਾ ਹਮਲਾ ਹੋ ਗਿਆ 3 ਕਾਨੂੰਨਾਂ ਦਾ। ਜਾਣੀ ਉਹ ਗੱਲਾਂ ਇਸ ਕਰਕੇ ਨਹੀਂ ਜਾਣੀ ਇਸ ਰੂਪ 'ਚ ਅੱਗੇ ਆਈਆਂ, ਪਰ ਹੁਣ ਇਹ ਮੂਵਮੈਂਟ 'ਚ ਜੁੜ ਜਾਣਗੇ ਆਉਣ ਵਾਲੇ ਦਿਨਾਂ 'ਚ ਇਹ ਵੀ ਦੋਨੇ ਮੰਗਾਂ। ਕਿਉਂਕਿ ਜਿਵੇਂ ਆਪਾਂ ਕਹਿ ਲਈਏ ਆਪਣਾ ਮਸਲਾ ਤਾਂ ਇਹ ਸੀਗਾ ਸਾਡੀ ਸਰਕਾਰ ਦੇ ਸਾਹਮਣੇ, ਜੇ ਸਾਡੇ ਕਿਸਾਨਾਂ ਦੀ ਜਾਂ ਦੇਸ਼ ਦੀ ਸਰਕਾਰ ਹੁੰਦੀ, ਵੀ ਹਿੰਦੁਸਤਾਨ ਦਾ ਕਿਸਾਨ ਘਾਟੇ 'ਚ ਜਾ ਰਿਹਾ, ਹਿੰਦੁਸਤਾਨ ਦੀ ਖੇਤੀ ਦਾ ਜਿਹੜਾ ਆਰਥਿਕਤਾ ਦਾ ਨੁਕਸਾਨ ਹੋ ਰਿਹਾ, ਇਹਨੂੰ ਅਸੀਂ ਕਿਵੇਂ ਬਚਾਉਣਾ। ਤਾਂ ਕਿ ਉਹਨੂੰ ਸਭ ਤੋਂ ਜ਼ਰੂਰੀ ਸੀ ਵੀ ਜਿਵੇਂ ਇਹ ਵੱਡੀਆਂ ਕਾਰਪੋਰੇਸ਼ਨਾਂ ਦੇ ਕਰਜ਼ੇ ਮਾਫ ਕਰਦੀ ਆ, ਹਮੇਸ਼ਾ ਕਰਦੀ ਹੈ, ਕਈ ਕਿਸਮ ਦੀਆਂ ਰਿਆਇਤਾਂ ਦਿੰਦੀ ਹੈ, ਹਾਲਾਂਕਿ ਉਹ ਆਪਣੇ ਮੁਨਾਫਿਆਂ 'ਚ ਨੇ, ਤਾਂ ਕਿ ਉਹਨਾਂ ਦੇ ਮੁਨਾਫੇ ਬਰਕਰਾਰ ਰਹਿਣ। ਹਾਲਾਂਕਿ ਖੇਤੀ ਤਾਂ ਬਹੁਤ ਇੱਕ ਸਭ ਤੋਂ ਵੱਡੀ ਸਾਡੀ ਇਕੋਨਮੀਆਂ ਦੇਸ਼ ਦੀ, ਜਿਹਨੇ ਹੁਣ ਵੀ ਇਸ ਮੰਦੇ ਹਾਲਤਾਂ 'ਚ ਵੀ, ਕਰੋਨਾ ਦੇ ਸਮੇਂ ਵੀ ਖੇਤੀ ਦੀ ਜਿਹੜੀ ਆਮਦਨ ਹੈ 4% ਵਧੀ ਹੈ। ਹਾਲਾਂਕਿ ਦੂਜੀ ਜਿਹੜੀ ਸਾਡੀ ਜਾਂ ਇਕੋਨਮੀ ਹੈ ਉਹ 23-24% ਘਟੀ ਹੈ।
ਜਾਣੀ ਖੇਤੀ ਸੈਕਟਰ ਫੇਰ ਵੀ ਇਹਨਾਂ ਮਾੜੇ ਹਾਲਤਾਂ 'ਚ ਵੀ ਆਪਣੇ ਮੁਲਕ ਦੀ ਆਰਥਿਕਤਾ 'ਚ ਪ੍ਰੋਡਕਸ਼ਨ 'ਚ ਵਾਧਾ ਕਰਦਾ ਹੈ। ਪਰ ਦੂਜੇ ਪਾਸੇ ਜਿਹੜਾ ਖੇਤੀ ਨਾਲ ਜੁੜੀ ਕਿਸਾਨੀ ਜਾਂ ਹੋਰ ਤਬਕਾ ਜੁੜਿਆ ਹੋਇਆ ਜਾਣੀ 50 ਦੇ 40-45% ਜਾਂ 50 ਦੇ ਨੇੜੇ ਤੇੜੇ ਸਾਡੀ ਜਿਹੜੀ ਵਸੋਂ ਹੈ ਇਹ ਇਹਦੇ ਨਾਲ ਜੁੜੇ ਹੋਏ ਨੇ। ਇਸ ਕਰਕੇ ਖੇਤੀ ਤੋਂ ਬਿਨਾਂ ਸਾਡੀ ਇਕੋਨਮੀ, ਸਾਡਾ ਬਾਜ਼ਾਰ ਜੋ ਵੀ ਕਹਿ ਲੈ, ਸਾਰਾ ਕੁਝ ਹੀ ਖੜ ਜਾਣਾ। ਮੈਂ ਪੁੱਛਿਆ ਸੀ ਵੀ ਫਿਰ ਸਵਾਮੀਨਾਥਨ ਕਮਿਸ਼ਨ ਦੀ ਲੋੜ ਨਹੀਂ ਪੈਣੀ ਜੇ ਖੇਤੀ ਕਾਨੂੰਨ ਲਾਗੂ ਹੋ ਜਾਂਦਾ? ਵੀ ਇਹ ਬਹੁਤ ਜ਼ਰੂਰੀ। ਜੇ ਖੇਤੀ ਕਾਨੂੰਨ ਲਾਗੂ ਨਹੀਂ ਹੁੰਦਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਲੋੜ ਨਹੀਂ, ਇਹ ਕਹਿਣਾ ਬੂਟਾ ਸਿੰਘ ਬੁਰਜਗਿੱਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਨੇ, ਉਹ ਕਹਿੰਦੇ ਸਾਨੂੰ ਲੋੜ ਨਹੀਂ ਪੈਣੀ, ਫਿਰ ਬਸ ਖੇਤੀ ਕਾਨੂੰਨ ਤੁਸੀਂ ਰੱਦ ਕਰ ਦਿਓ। ਉਹਨਾਂ ਨੇ ਬਹੁਤ ਗਲਤ ਕਿਹਾ, ਕਿਉਂਕਿ ਅਸਲ 'ਚ ਜਿਹੜਾ ਖੇਤੀ ਦਾ ਪਹਿਲਾਂ ਇੱਥੇ ਫਸੀ ਸੀ ਕਿ ਪਹਿਲਾਂ ਵੀ ਸਰਕਾਰ ਇਹ ਭਾਅ ਮਿਥਦੀ ਸੀ। ਉਹ ਭਾਅ ਸਰਕਾਰ ਆਪਣੀਆਂ ਗਿਣਤੀਆਂ 'ਚ ਮਿਥਦੀ ਸੀ। ਜਾਣੀ ਸਵਾਮੀਨਾਥਨ 'ਚ ਇਹ ਹੈ ਵੀ ਟੋਟਲ ਜਿਹੜਾ ਜਿਹਨੂੰ ਉਹਨੂੰ C2 ਫਾਰਮੂਲਾ ਕਹਿੰਦੇ ਨੇ, ਉਹਦੇ 'ਚ ਜਿਹੜੀ ਸਾਡੀ ਜ਼ਮੀਨ ਹੈ, ਜ਼ਮੀਨ ਦਾ ਵੀ ਜਿਹੜਾ ਠੇਕਾ ਜਾਂ ਕੀਮਤ ਐਡ ਕਰਨੀ ਹੈ। ਟੋਟਲ ਜਿਹੜੀ ਸਾਡਾ ਜਿਹੜਾ ਕਿਸਾਨ ਦੀ ਲੇਬਰ ਹੈ ਉਹ ਇੱਕ ਟੈਕਨੀਕਲ ਦੇ ਤੌਰ 'ਤੇ ਉਹ 'ਚ ਲੇਬਰ ਵੀ ਆਮ ਲੇਬਰ ਵਾਲੀ ਮੀਣੀ ਵੀ ਹੈ, ਉਹ ਸਾਰੀਆਂ ਦਾ ਕੁੱਲ ਮਿਲਾ ਕੇ ਜੋੜ ਕੇ ਸਾਰਾ ਕੁਝ ਜੋੜ ਕੇ ਫਿਰ ਇਹਦੇ 'ਚ 50% ਉਹਨੇ ਐਡ ਕੀਤਾ ਟੋਟਲ ਖਰਚਾ ਜੋੜ ਕੇ, ਹੈ ਜੀ। ਤਾਂ ਉਹ ਜੋੜ ਕੇ 50% ਇਹਨੂੰ ਹੋਰ ਵੱਧ ਦੇਣਾ, ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਉਹਨੇ ਸਾਰੀ ਸਟੱਡੀ 'ਚੋਂ ਸਾਬਤ ਕੀਤਾ ਵੀ ਕਿਸਾਨੀ ਤਾਂ ਹੀ ਬਚੂਗੀ ਜੇ ਇਹਨੂੰ 50% ਹੋਰ ਦਿੱਤੂਗਾ। ਤਾਂ ਅੱਜ ਦੇ ਆਪਾਂ ਮੰਨੀਏ ਕਿ ਅਖੀਰ ਦੇ ਵਿੱਚ ਦੱਸੋ ਕਿ ਅੱਜ ਜਿਹੜਾ ਚਰਚਾ ਦਿੱਲੀ ਚੱਲ ਰਹੀ ਹੈ ਉੱਥੇ ਇਹ ਮਸਲਾ ਵੀ ਜਿਹੜਾ ਉਭਾਰਨਾ ਚਾਹੀਦਾ ਕਿਸਾਨ ਜਥੇਬੰਦੀਆਂ ਨੂੰ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰੋ ਤੇ ਖੇਤੀ ਕਾਨੂੰਨ ਵੀ ਰੱਦ ਕਰੋ। ਬਿਲਕੁਲ ਇਹ ਉਭਾਰਨਾ ਚਾਹੀਦਾ, ਕਿਉਂਕਿ ਕਿਸਾਨ ਜਥੇਬੰਦੀਆਂ ਲਗਾਤਾਰ ਇਹ ਤੋਂ ਪਹਿਲਾਂ ਇਹ ਮਸਲਾ ਉਭਾਰਦੀਆਂ ਆਈਆਂ ਨੇ। ਵੀ ਇਹ ਤਾਂ ਪਤਾ ਨਹੀਂ ਕਿਉਂ ਬੂਟਾ ਸਿੰਘ ਨੇ ਇਹ ਦਲੀਲ ਦੇਤੀ ਕਰਜ਼ਾ ਔਰ ਸਵਾਮੀਨਾਥਨ। ਹਾਲਾਂਕਿ 2 ਸਾਲ ਪਹਿਲਾਂ ਆਲ ਇੰਡੀਆ ਲੈਵਲ ਦੀ ਜਿਹੜੀ ਜਥੇਬੰਦੀ ਬਣੀ ਹੈ ਤਾਂ ਉਹਨਾਂ ਨੇ ਉੱਥੇ ਦਿੱਲੀ 'ਚ ਇਕੱਠ ਕਰਕੇ ਦੋ ਕਾਨੂੰਨ ਪਾਸ, ਦੋਨੇ ਕਾਨੂੰਨ ਪਾਸ ਕਰਕੇ ਦਿੱਤੇ ਨੇ ਕਿਸਾਨਾਂ ਦੀ ਆਪਣੀ ਪਾਰਲੀਮੈਂਟ ਨੇ। ਪਾਰਲੀਮੈਂਟ 'ਚ ਖਰੜੇ ਬਣਾ ਕੇ ਦਿੱਤੇ ਨੇ ਵੀ ਇਹਨਾਂ ਦੋਨਾਂ ਨੁਕਤਿਆਂ ਨੂੰ, ਸਵਾਮੀਨਾਥਨ ਰਿਪੋਰਟ ਔਰ ਕਰਜ਼ੇ ਵਾਲਾ ਮੁੱਦਾ, ਇਹਨੂੰ ਪਾਰਲੀਮੈਂਟ 'ਚ ਪੇਸ਼ ਕਰੋ, ਕਾਨੂੰਨ ਬਣਾਓ। ਸ਼ੁਕਰੀਆ, ਧੰਨਵਾਦ ਦਿੱਤੂਪੁਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਅਸੀਂ ਅਗਲੇ ਸਮੇਂ ਦੇ ਵਿੱਚ ਗੁਰਮੀਤ ਸਿੰਘ ਦਿੱਤੂਪੁਰ ਹੋਰਾਂ ਦੇ ਨਾਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਵਿਸਥਾਰਤ ਗੱਲਬਾਤ ਕਰਾਂਗੇ। ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਉਹਦੇ ਵਿੱਚ ਕਿਹੜੇ ਨੁਕਤੇ ਨੇ ਜਿਹੜੇ ਕਿਸਾਨ ਭਾਲਦੇ ਨੇ ਕਿ ਉਹ ਲਾਗੂ ਹੋ ਜਾਣੇ ਚਾਹੀਦੇ ਨੇ, ਪਰ ਅੱਜ ਦੇ ਸੰਦਰਭ ਵਿੱਚ ਕੀ ਸੋਚਿਆ ਜਾਵੇ ਕਿ ਦੁਬਾਰਾ ਕੋਈ ਇਹੋ ਜਿਹੀ ਕਮਿਸ਼ਨ ਦੀ ਰਿਪੋਰਟ ਬਣਨੀ ਚਾਹੀਦੀ ਹੈ, ਉਸ ਉੱਤੇ ਵੀ ਅਸੀਂ ਅਗਲੇ ਸਮੇਂ ਦੇ ਵਿੱਚ ਇੱਕ ਐਪੀਸੋਡ ਲੈ ਕੇ ਆਵਾਂਗੇ। ਸਿੱਧੇ ਸਵਾਲਾਂ ਉਹਦੇ ਵਿੱਚ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਸਾਨਾਂ ਨੂੰ ਹੁਣ ਕਿਸ ਚੀਜ਼ ਦੀ ਲੋੜ ਹੈ। ਜੋ ਅੱਜ ਮੀਟਿੰਗ ਦਿੱਲੀ 'ਚ ਹੋ ਰਹੀ ਹੈ ਉਸ ਉੱਤੇ ਵੀ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਤੁਹਾਡਾ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ, ਤੁਸੀਂ ਵਿਚਾਰ ਕਮੈਂਟ ਕਰਕੇ ਜ਼ਰੂਰ ਰੱਖਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।